ਅੱਜ ਦਾ ਆਪਣਾ ਟੌਪਿਕ ਹੈਗਾ ਜੀ ਐਕਸਪਰਟ ਸਿਸਟਮ। ਦੇਖੋ ਐਕਸਪਰਟ ਸਿਸਟਮ ਤੋਂ ਕੀ ਨੇਮ ਤੋਂ ਡਿਫਾਈਨ ਹੋ ਰਿਹਾ ਕਿ ਜਿਹੜਾ ਸਿਸਟਮ ਪੂਰਾ ਐਕਸਪਰਟ ਹੋ ਆਪਣੀਆਂ ਪ੍ਰੋਬਲਮਸ ਨੂੰ ਕੀ ਹੈ ਸੋਲਵ ਕਰਕੇ ਦਊਗਾ। ਬਹੁਤ ਈਜ਼ੀ ਟੌਪਿਕ ਹੈ ਇਹ ਆਪਣਾ। ਐਕਸਪਰਟ ਸਿਸਟਮ ਕੀ ਹੈ ਕਿ ਇੰਟੈਲੀਜੈਂਟ ਕੰਪਿਊਟਰ ਪ੍ਰੋਗਰਾਮ ਹੈ। ਇੱਕ ਪ੍ਰੋਗਰਾਮ ਆਪਾਂ ਕਹਿ ਸਕਦੇ ਜਾਂ ਕੰਪਿਊਟਰ ਸਿਸਟਮ ਕਹਿ ਸਕਦੇ ਹਾਂ ਜਿਹੜਾ ਕਿ ਨੌਲੇਜ ਦੇ ਪ੍ਰੋਸੀਜਰ ਨੂੰ ਯੂਜ਼ ਕਰਦਾ ਆਪਣੀ ਜਿਹੜੀਆਂ ਕੰਪਲੈਕਸ ਪ੍ਰੋਬਲਮਸ ਹੈ ਉਹਨਾਂ ਨੂੰ ਸੋਲਵ ਕਰਨ ਲਈ, ਜਿਨ੍ਹਾਂ ਲਈ ਕਿ ਆਪਾਂ ਨੂੰ ਕੋਈ ਹਿਊਮਨ ਐਕਸਪਰਟ ਚਾਹੀਦਾ ਹੁੰਦਾ। ਮੀਨਿੰਗ ਕੀ ਹੈ ਸਮਝੋ। ਦੇਖੋ ਮੰਨ ਲਓ ਕੋਈ ਆਪਾਂ ਨੂੰ ਇਹੋ ਜਿਹੀ ਪ੍ਰੋਬਲਮ ਜਿਹਨੂੰ ਸੋਲਵ ਕਰਨ ਲਈ ਆਪਾਂ ਨੂੰ ਇੱਕ ਐਕਸਪਰਟ ਪਰਸਨ ਦੀ ਲੋੜ ਪੈਂਦੀ ਹੈ, ਠੀਕ ਹੈ। ਉਹਨਾਂ ਪ੍ਰੋਬਲਮਸ ਨੂੰ ਸੋਲਵ ਕਰਨ ਲਈ ਹੁਣ ਆਪਾਂ ਨੂੰ ਐਕਸਪਰਟ ਪਰਸਨ ਦੀ ਜਗ੍ਹਾ ਇੱਕ ਸਿਸਟਮ ਤਿਆਰ ਕਰਕੇ ਦਿੱਤਾ ਗਿਆ, ਜਿਹੜਾ ਸਿਸਟਮ ਦੇ ਵਿੱਚ ਕੀ ਹੈ ਨੌਲੇਜ ਅਤੇ ਪ੍ਰੋਸੀਜਰਸ ਦੋਨੋਂ ਯੂਜ਼ ਕੀਤੇ ਜਾਂਦੇ ਆਪਣੀ ਪ੍ਰੋਬਲਮ ਨੂੰ, ਕੰਪਲੈਕਸ ਪ੍ਰੋਬਲਮ, ਔਖੀ ਤੋਂ ਔਖੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ। ਇਹੋ ਜਿਹਾ ਸਿਸਟਮ ਹੋਊਗਾ ਜਿਹੜਾ ਉਹਨੂੰ ਆਪਾਂ ਐਕਸਪਰਟ ਸਿਸਟਮ ਕਹਾਂਗੇ। ਇਟ ਇਜ਼ ਅ ਕੰਪਿਊਟਰ ਦੈਟ ਇਮੂਲੇਟਸ ਦਾ ਡਿਸੀਜ਼ਨ ਮੇਕਿੰਗ ਕਪੈਸਿਟੀ ਆਫ ਹਿਊਮਨ ਐਕਸਪਰਟ। ਇਹ ਇਹੋ ਜਿਹਾ ਕੰਪਿਊਟਰ ਹੋਊਗਾ ਜਿਹਦੇ ਵਿੱਚ ਕਪੈਸਿਟੀ ਹੋਊਗੀ ਡਿਸੀਜ਼ਨ ਲੈਣ ਦੀ, ਜਿਵੇਂ ਹਿਊਮਨ ਐਕਸਪਰਟ ਕੋਈ ਡਿਸੀਜ਼ਨ ਲੈਂਦਾ। ਮੰਨ ਲਓ ਕੋਈ ਆਪਾਂ ਨੂੰ ਪ੍ਰੋਬਲਮ ਆਈ, ਠੀਕ ਹੈ, ਆਪਾਂ ਕਿਸੇ ਐਕਸਪਰਟ ਇਨਸਾਨ ਕੋਲ ਗਏ ਤਾਂ ਉਹ ਜਿਸ ਤਰੀਕੇ ਹੈ ਨਾ ਆਪਣੀ ਪ੍ਰੋਬਲਮ ਨੂੰ ਪਹਿਲਾਂ ਸੁਣੂਗਾ, ਫਿਰ ਸਮਝੂਗਾ, ਫਿਰ ਉਹਦੇ ਸਾਰੇ ਕੀ ਹੈ ਸਲਿਊਸ਼ਨਸ ਦੇਖੂਗਾ ਕਿ ਹੈ ਨਾ ਜਿਹੜਾ ਬੈਸਟ ਸਲਿਊਸ਼ਨ ਹੋਊ ਆਪਾਂ ਨੂੰ ਨਾ ਡਿਸਕਸ ਕਰਕੇ ਆਪਾਂ ਨੂੰ ਦੱਸੂਗਾ। ਉਸੇ ਤਰੀਕੇ ਕੀ ਹੈ ਜਿਹੜਾ ਸਿਸਟਮ ਹੋਊਗਾ ਐਕਸਪਰਟ ਸਿਸਟਮ, ਉਹ ਕੀ ਆਪਾਂ ਨੂੰ ਆਪਣੀ ਪ੍ਰੋਬਲਮ ਨੂੰ ਸਮਝੂ, ਪਹਿਲਾਂ ਅੰਡਰਸਟੈਂਡ ਕਰੂ, ਤਾਂ ਫਿਰ ਕੀ ਆਪਾਂ ਨੂੰ ਬੈਸਟ ਓਪਟੀਮਲ ਸਲਿਊਸ਼ਨ ਹੈ ਜਿਹੜਾ ਫਾਈਂਡ ਆਊਟ ਕਰਕੇ ਦਊਗਾ। ਹੁਣ ਐਕਸਪਰਟ ਸਿਸਟਮ ਦੇਖੋ ਹਿਊਮਨ ਐਕਸਪਰਟ ਨਾਲੋਂ ਕਿਵੇਂ ਡਿਫਰੈਂਟ ਹੈ। ਹਿਊਮਨ ਐਕਸਪਰਟ ਹੈ ਉਹ ਕੀ ਹੈ ਇੱਕ ਡੋਮੇਨ ਦੇ ਵਿੱਚ ਐਕਸਪਰਟ ਹੋਊਗਾ ਕੋਈ ਹਿਊਮਨ, ਹੈ ਨਾ। ਕੋਈ ਵੀ ਇਨਸਾਨ ਆਪਾਂ ਕਹਿ ਦਿੰਦੇ ਹਾਂ, ਜਿਵੇਂ ਆਪਾਂ ਸਟੱਡੀ ਦੇ ਵਿੱਚ ਲਗਾ ਲਓ ਕਿ ਆਪਾਂ ਕਹਿ ਦਿੰਦੇ ਹਾਂ ਇਹ ਥਰੈਟੀਕਲ ਸਬਜੈਕਟਾਂ ਦੇ ਵਿੱਚ ਐਕਸਪਰਟ ਹੈ ਕੋਈ ਬੱਚਾ, ਕਿਸੇ ਨੂੰ ਜਿਵੇਂ ਆਪਾਂ ਕਹਿੰਦੇ ਪ੍ਰੋਗਰਾਮਿੰਗ ਜਾਂ ਕੋਡਿੰਗ ਦੇ ਵਿੱਚ ਜ਼ਿਆਦਾ ਐਕਸਪਰਟ ਹੁੰਦਾ, ਤਾਂ ਹਿਊਮਨ ਕੀ ਹੈ ਇੱਕ ਡੋਮੇਨ ਦੇ ਵਿੱਚ ਐਕਸਪਰਟ ਹੋ ਸਕਦਾ। ਬਟ ਜਿਹੜਾ ਆਪਾਂ ਐਕਸਪਰਟ ਸਿਸਟਮ ਤਿਆਰ ਕਰਾਂਗੇ ਉਹ ਕੀ ਹੈ ਅਲੱਗ-ਅਲੱਗ ਐਕਸਪਰਟ ਮਿਲ ਕੇ ਤਿਆਰ ਕਰਨਗੇ, ਜਿਹੜੇ ਨੌਲੇਜ ਇੰਜੀਨੀਅਰ ਹੋਣਗੇ ਉਹ ਮਿਲ ਕੇ ਤਿਆਰ ਕਰਨਗੇ। ਤਾਂ ਆਪਣਾ ਜਿਹੜਾ ਐਕਸਪਰਟ ਸਿਸਟਮ ਹੈ ਉਹ ਹਰ ਡੋਮੇਨ ਤੋਂ ਐਕਸਪਰਟ ਹੋਊਗਾ। ਆਪਾਂ ਨੂੰ ਅਲੱਗ-ਅਲੱਗ ਪ੍ਰੋਬਲਮ ਲਈ ਅਲੱਗ-ਅਲੱਗ ਸਿਸਟਮ ਦੀ ਲੋੜ ਨਹੀਂ ਹੋਊਗੀ। ਆਪਣੀਆਂ ਸਾਰੀਆਂ ਪ੍ਰੋਬਲਮਸ ਇੱਕੋ ਹੀ ਸਿਸਟਮ ਹੈ ਜਿਹੜੀਆਂ ਆਪਾਂ ਨੂੰ ਸੋਲਵ ਆਊਟ ਕਰਕੇ ਦਊਗਾ। ਤਾਂ ਇਹ ਐਕਸਪਰਟ ਹਿਊਮਨ ਅਤੇ ਐਕਸਪਰਟ ਸਿਸਟਮ ਦੇ ਵਿੱਚ ਇਹ ਜ਼ਿਆਦਾ ਡਿਫਰੈਂਸ ਆਪਾਂ ਨੂੰ ਮਿਲਿਆ, ਤਾਂ ਕਰਕੇ ਆਪਾਂ ਐਕਸਪਰਟ ਸਿਸਟਮ ਹੈ ਜਿਹੜਾ ਡਿਜ਼ਾਈਨ ਕੀਤਾ। ਮੈਨੀ ਐਕਸਪਰਟ ਸਿਸਟਮ ਆਰ ਨੋਟ ਕੰਪਲੈਕਸ ਟੂ ਡਿਫੀਕਲਟ ਔਰ ਡਿਫੀਕਲਟ ਟੂ ਬਿਲਡ। ਕੁਛ ਕੇ ਕਹਿੰਦੇ ਕਾਫੀ ਸਾਰੇ ਐਕਸਪਰਟ ਸਿਸਟਮ ਹੈ ਜਿਨ੍ਹਾਂ ਨੂੰ ਬਿਲਡ ਕਰਨਾ, ਬਣਾਉਣਾ ਡਿਫੀਕਲਟ ਨਹੀਂ ਹੁੰਦਾ, ਉਹਨਾਂ ਨੂੰ ਕੀ ਹੈ ਬਹੁਤ ਸਿੰਪਲ ਹੁੰਦਾ। ਜਿਵੇਂ ਕਹਿੰਦੇ ਕੋਈ ਐਗਜ਼ਾਮਪਲ ਇਹਨਾਂ ਨੇ ਕੰਸੀਡਰ ਟਰੀ ਡਾਇਗਰਾਮ ਔਨ ਪੇਪਰ, ਇਹਨਾਂ ਨੇ ਇੱਕ ਪੇਪਰ ਬਣਾਇਆ ਹਨ। ਜਿਵੇਂ ਆਪਾਂ ਕੋਈ ਪ੍ਰੋਬਲਮ ਨੂੰ ਸੋਲਵ ਕਰ ਲਈ ਇੱਕ ਟਰੀ ਡਾਇਗਰਾਮ ਬਣਾ ਲੈਣੇ ਕਿ ਉੱਪਰ ਰੂਟ, ਜਿਵੇਂ ਕੋਈ ਪ੍ਰੋਬਲਮ ਲਿਖ ਲਈ ਉਹਦੇ ਕੀ ਕੀ ਸਲਿਊਸ਼ਨ ਹੋ ਸਕਦੇ ਹੈ, ਆਪਾਂ ਟਰੀ ਦੀ ਫੋਰਮ ਦੇ ਵਿੱਚ ਆਪਾਂ ਕਰਦੇ ਹਾਂ। ਤਾਂ ਹੋ ਤਾਂ ਵੀ ਐਕਸਪਰਟ ਸਿਸਟਮ ਹੀ ਜਾਂਦਾ ਹੈ ਨਾ ਕੋਈ ਆਪਣੇ ਪ੍ਰੋਬਲਮ ਨੂੰ ਸੋਲਵ ਕਰਨ ਦਾ, ਬਟ ਕੀ ਉਹ ਈਜ਼ੀ ਹੈ, ਈਜ਼ੀਲੀ ਆਪਾਂ ਲੌਜਿਕ ਲਗਾ ਸਕਦੇ ਹਾਂ ਕਿ ਇਵੇਂ ਨਹੀਂ ਤਾਂ ਇਵੇਂ ਹੋ ਸਕਦਾ, ਹੈ ਨਾ। ਆਪਾਂ ਅਲੱਗ-ਅਲੱਗ ਉਹਦੇ ਕੀ ਹੈ ਡੋਮੇਨ ਬਣਾ ਸਕਦੇ ਹਾਂ ਅਤੇ ਆਪਣੀ ਜਿਹੜਾ ਫਾਈਂਡ ਆਊਟ ਕਰ ਸਕਦੇ ਹਾਂ ਪ੍ਰੋਬਲਮ ਨੂੰ। ਐਕਸਪਰਟ ਸਿਸਟਮ ਆਰ ਮੀਨ ਟੂ ਸੋਲਵ ਰੀਅਲ ਪ੍ਰੋਬਲਮਸ ਵਿਚ ਨੋਰਮਲੀ ਵੁੱਡ ਰਿਕੁਆਇਰ ਅ ਸਪੈਸ਼ਲਾਈਜ਼ਡ ਹਿਊਮਨ ਐਕਸਪਰਟ। ਐਕਸਪਰਟ ਸਿਸਟਮ ਦਾ ਮਤਲਬ ਕਿ ਰੀਅਲ ਪ੍ਰੋਬਲਮਸ, ਰੀਅਲ ਵਰਲਡ ਪ੍ਰੋਬਲਮਸ ਜਿਹੜੀਆਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਆਉਂਦੀਆਂ, ਹੈ ਨਾ, ਆਪਾਂ ਫੇਸ ਕਰਦੇ ਹਾਂ, ਉਹ ਰੀਅਲ ਵਰਲਡ ਪ੍ਰੋਬਲਮਸ ਨੂੰ ਜਿਹੜਾ ਸੋਲਵ ਕਰ ਸਕਦਾ ਇੱਕ ਹਿਊਮਨ ਐਕਸਪਰਟ ਦੀ ਤਰ੍ਹਾਂ। ਜਿਵੇਂ ਮੰਨ ਲਓ ਕੋਈ ਆਪਾਂ ਨੂੰ ਡਾਇਸੀਜ਼ ਹੈ ਤਾਂ ਜਿਵੇਂ ਡਾਕਟਰ ਉਹਨੂੰ ਸੋਲਵ ਕਰਦੇ ਆ ਨਾ, ਉਸੇ ਤਰੀਕੇ ਹਿਊਮਨ ਐਕਸਪਰਟ ਦੀ ਤਰ੍ਹਾਂ ਜਿਹੜਾ ਸਿਸਟਮ ਹੈ ਆਪਣੀਆਂ ਰੀਅਲ ਵਰਲਡ ਪ੍ਰੋਬਲਮਸ ਨੂੰ ਸੋਲਵ ਕਰਕੇ ਆਪਾਂ ਨੂੰ ਕੀ ਹੈ ਰਿਜ਼ਲਟ ਦੇਊਗਾ। ਐਕਸਪਰਟ ਸਿਸਟਮ ਹੈਜ਼ ਬੀਨ ਯੂਜ਼ ਟੂ ਸੋਲਵ ਅ ਵਾਈਡ ਰੇਂਜ ਆਫ ਪ੍ਰੋਬਲਮ। ਅਤੇ ਇਹਦੇ ਵਿੱਚ ਕੀ ਹੈ ਕਿ ਕਾਫੀ ਸਾਰੀਆਂ ਡੋਮੇਨਸ ਦੀਆਂ ਪ੍ਰੋਬਲਮ ਹੈ ਜਿਹੜੀਆਂ ਮੈਂ ਕਿਹਾ ਕਿ ਇੱਕ ਪ੍ਰੋਬਲਮ ਨੂੰ ਸਪੈਸੀਫਿਕ ਇੱਕ ਪ੍ਰੋਬਲਮ ਨੂੰ ਸੋਲਵ ਨਹੀਂ ਕਰੂਗਾ, ਹਰ ਡੋਮੇਨ ਦੀ ਪ੍ਰੋਬਲਮ ਨੂੰ ਸੋਲਵ ਕਰੂਗਾ। ਜਿਵੇਂ ਮੰਨ ਲਓ ਕੋਈ ਮੈਡੀਸਿਨ ਦੀ ਪ੍ਰੋਬਲਮ ਹੈ, ਮੈਥਮੈਟਿਕਸ ਪ੍ਰੋਬਲਮ ਹੈ, ਇੰਜੀਨੀਅਰ ਪ੍ਰੋਬਲਮ ਹੈ, ਜਿਓਲੋਜੀ ਪ੍ਰੋਬਲਮ ਹੈ, ਕੋਈ ਕੰਪਿਊਟਰ ਸਾਇੰਸ ਦੀ ਪ੍ਰੋਬਲਮ ਆਈ, ਕੋਈ ਐਜੂਕੇਸ਼ਨ ਦੇ ਵਿੱਚ ਪ੍ਰੋਬਲਮ ਆਈ, ਤਾਂ ਹਰ ਫੀਲਡ ਦੀ ਹਰ ਡੋਮੇਨ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਆਪਣਾ ਐਕਸਪਰਟ ਸਿਸਟਮ ਹੈ ਜਿਹੜਾ ਸੋਲਵ ਆਊਟ ਕਰੂਗਾ ਅਤੇ ਆਪਾਂ ਨੂੰ ਕੀ ਹੈ ਬੈਸਟ ਓਪਟੀਮਲ ਸਲਿਊਸ਼ਨ ਇੱਕ ਫਿਕਸ ਅਮਾਊਂਟ ਆਫ ਟਾਈਮ ਦੇ ਵਿੱਚ ਜਿਹੜਾ ਫਾਈਂਡ ਆਊਟ ਕਰਕੇ ਦੇਊਗਾ। ਨੈਕਸਟ ਜਿਵੇਂ ਰੂਲਸ ਕਹਿੰਦੇ ਕੁਛ ਕੁ ਰੂਲਸ ਹੋਣਗੇ, ਇਹਨਾਂ ਨੇ ਆਪਾਂ ਨੂੰ ਦਿਖਾਇਆ। ਇੱਕ ਡਾਇਗਰਾਮ ਦੇਖੋ, ਡਾਇਗਰਾਮ ਦੀ ਇਹਨਾਂ ਨੇ ਐਗਜ਼ਾਮਪਲ ਲਈ ਹੈ। ਫੋਰ ਐਗਜ਼ਾਮਪਲ ਅ ਵਾਈਨ ਐਕਸਪਰਟ ਸਿਸਟਮ, ਜੇ ਮੰਨ ਲਓ ਆਪਾਂ ਕੋਈ ਵਾਈਨ ਐਕਸਪਰਟ ਸਿਸਟਮ ਯੂਜ਼ ਕਰ ਰਹੇ ਹਾਂ, ਮਾਈਟ ਟੇਕ ਦਾ ਕੋਰਸ ਇਨਟੂ ਅਕਾਊਂਟ ਬਿਫੋਰ ਰਿਕਮੈਂਡਿੰਗ ਰੈੱਡ ਔਰ ਵਾਈਟ।
ਤਾਂ ਕੀ ਹੈ ਉਹਦੇ ਵਿੱਚ ਕੀ ਹੋਊਗਾ ਵਾਈਨ ਐਕਸਪਰਟ ਸਿਸਟਮ ਦੇ ਵਿੱਚ ਕਿ ਕਿਸੇ ਨੂੰ ਰੈੱਡ ਜਾਂ ਵਾਈਟ ਵਾਈਨ ਰੈਕਮੈਂਡ ਕਰਨ ਤੋਂ ਪਹਿਲਾਂ ਸਾਰਾ ਚੈੱਕ ਕਰੂਗਾ। ਕੀ ਚੈੱਕ ਕਰੂਗਾ? ਇਫ ਆਪਸ਼ਨ ਇਜ਼ ਫਿਸ਼ ਫਾਰਮ ਔਰ ਪੋਲਟਰੀ, ਜੇਕਰ ਉਹ ਕੋਈ ਫਿਸ਼ ਫਾਰਮ ਹੈ ਜਾਂ ਪੋਲਟਰੀ ਹੈ, ਦੈਨ ਦ ਆਪਸ਼ਨ ਫॉर द ਵਾਈਟ ਵਾਈਨ, ਤਾਂ ਜੇਕਰ ਹੈ ਯੈਸ ਤਾਂ ਵਾਈਟ ਵਾਈਨ ਹੈ ਨਾ ਉਹ ਰეკਮੈਂਡ ਕਰੂਗਾ। ਇਫ ਨੋ, ਜੇ ਕੋਈ ਫਿਸ਼ ਫਾਰਮ ਜਾਂ ਪੋਲਟਰੀ ਨਹੀਂ ਹੈ ਤਾਂ ਉਹ ਕੀ ਹੈ ਰੈੱਡ ਵਾਈਨ ਹੈ ਜਿਹੜਾ ਉਹ ਆਪਾਂ ਨੂੰ ਸਿਲੈਕਟ ਕਰੂਗਾ ਕਿ ਇਹਦੀ ਸੇਲ ਤੁਸੀਂ ਕਰੋ। ਮੀਨਸ ਕਿ ਮੰਨ ਲਓ ਕਿਸੇ ਨੇ ਕੋਈ ਆਪਣਾ ਵਾਈਨ ਦੀ ਸ਼ੋਪ ਸਟਾਰਟ ਕਰਨੀ ਹੈ ਤਾਂ ਉਹ ਐਕਸਪਰਟ ਸਿਸਟਮ ਨਾਲ ਕੀ ਹੈ, ਜਦੋਂ ਐਕਸਪਰਟ ਸਿਸਟਮ ਤੋਂ ਕੋਈ ਰਾਏ ਲੈਣਗੇ, ਆਪਣੀ ਪ੍ਰੋਬਲਮ ਡਿਸਕਸ ਕਰਨਗੇ ਐਕਸਪਰਟ ਸਿਸਟਮ ਨਾਲ, ਤਾਂ ਐਕਸਪਰਟ ਸਿਸਟਮ ਕੀ ਸੋਲਿਊਸ਼ਨ ਫਾਈਂਡ ਆਊਟ ਕਰਕੇ ਦਿਓ ਕਿ ਜੇਕਰ ਤੁਹਾਡੀ ਲੋਕੇਸ਼ਨ ਦੇ ਨੇੜੇ ਕੋਈ ਫਿਸ਼ ਫਾਰਮ ਜਾਂ ਪੋਲਟਰੀ ਹੈ, ਦੈਨ ਵਾਈਟ ਵਾਈਨ ਜਿਹੜੀ ਸੇਲ ਕਰੋ ਉਹ ਜ਼ਿਆਦਾ ਹੈ ਨਾ ਸੇਲ ਹੋਏਗੀ, ਅਦਰਵਾਈਜ਼ ਕੀ ਹੈ ਰੈੱਡ ਵਾਈਨ ਜ਼ਿਆਦਾ ਸੇਲ ਹੋਏਗੀ। ਫਿਰ ਟਾਈਪਸ ਐਕਸਪਰਟ ਸਿਸਟਮ ਦੀਆਂ ਕਿਹੜੀਆਂ ਟਾਈਪਸ ਦਾ ਹੁੰਦਾ? ਰੂਲ ਬੇਸਡ ਐਕਸਪਰਟ ਸਿਸਟਮ, ਜਿਹਦੇ ਵਿੱਚ ਕੀ ਹੈ ਐਕਸਪਰਟ ਸਿਸਟਮ ਦੇ ਵਿੱਚ ਕੁਛ ਕੁ ਰੂਲ ਰੀਪ੍ਰਜੈਂਟ ਕੀਤੇ ਜਾਂਦੇ ਆ। ਫਰੇਮ ਬੇਸਡ ਸਿਸਟਮ, ਫਰੇਮ ਬੇਸਡ ਹੁੰਦਾ ਜਿਹਦੇ 'ਚ ਓਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਅਪਰੋਚ ਯੂਜ਼ ਕੀਤੀ ਜਾਂਦੀ ਹੈ। ਹਾਈਬ੍ਰਿਡ ਕੀ ਹੈ? ਸੈਵਰਲ ਨੌਲੇਜ ਨੂੰ ਜਿਹੜਾ ਰੀਪ੍ਰਜੈਂਟ ਕੀਤਾ ਜਾਂਦਾ ਇੱਕ ਜਗ੍ਹਾ 'ਤੇ, ਸੈਵਰਲ ਟਾਈਪ ਦੀ ਹਾਈਬ੍ਰਿਡ ਹੁੰਦਾ ਮਿਕਸਚਰ, ਕਿ ਦੋ ਜਾਂ ਦੋ ਤੋਂ ਵੱਧ ਜਿਹੜੀਆਂ ਚੀਜ਼ਾਂ ਦਾ ਮਿਕਸਚਰ ਹੋਵੇ ਨਾ, ਜਿਵੇਂ ਆਪਾਂ ਹਾਈਬ੍ਰਿਡ ਟੋਪੋਲੋਜੀ ਕਰਦੇ ਸੀ ਤਾਂ ਦੋ ਜਾਂ ਦੋ ਤੋਂ ਵੱਧ ਟੋਪੋਲੋਜੀ ਨੂੰ ਮਿਲਾ ਕੇ ਜਿਹੜੀ ਟੋਪੋਲੋਜੀ ਬਣਦੀ ਉਹਨੂੰ ਹਾਈਬ੍ਰਿਡ ਕਹਿੰਦਾ। ਇਸੇ ਤਰੀਕੇ ਕਾਫੀ ਤਰ੍ਹਾਂ ਦੀ ਨੌਲੇਜ ਨੂੰ ਜਦੋਂ ਰੀਪ੍ਰਜੈਂਟ ਕਰਦੇ ਆ ਆਪਾਂ ਉਹਨੂੰ ਹਾਈਬ੍ਰਿਡ ਸਿਸਟਮ ਬੋਲਦੇ ਆ। ਮਾਡਲ ਬੇਸਡ ਹੈ ਕਿ ਜਿਹੜੀਆਂ ਆਪਣਾ ਨੌਲੇਜ ਹੋਊਗੀ ਉਹਨੂੰ ਛੋਟੇ ਛੋਟੇ ਸਟਰਕਚਰ ਦੇ ਵਿੱਚ ਜਾਂ ਫੰਕਸ਼ਨ ਦੇ ਵਿੱਚ ਰੀਪ੍ਰਜੈਂਟ ਕੀਤਾ ਜਾਊਗਾ। ਅਤੇ ਰੈਡੀਮੇਡ ਸਿਸਟਮ ਜਿਹੜਾ ਕਿ ਆਪਾਂ ਨੂੰ ਬਣਿਆ ਬਣਾਇਆ ਸਿਸਟਮ ਹੈ ਕਿਸੇ ਵੱਲੋਂ ਪ੍ਰੋਵਾਈਡ ਕੀਤਾ ਜਾਊਗਾ, ਉਹ ਰੈਡੀਮੇਡ ਸਿਸਟਮ ਹੋਊਗਾ। ਨੈਕਸਟ ਆਪਣੇ ਕੋਲ ਹੈ ਕਰੈਕਟਰਿਸਟਿਕਸ ਆਫ ਐਕਸਪਰਟ ਸਿਸਟਮ। ਕੀ ਕਰੈਕਟਰਿਸਟਿਕਸ ਨੇ ਆਪਣੇ ਐਕਸਪਰਟ ਸਿਸਟਮ ਦੀਆਂ ਹੋਣੀਆਂ ਚਾਹੀਦੀਆਂ? ਹਾਈ ਪਰਫੋਰਮੈਂਸ ਦੇਖੋ, ਹੁਣ ਜੇ ਕੋਈ ਹਿਊਮਨ ਆਪਣੀ ਪ੍ਰੋਬਲਮ ਨੂੰ ਸੋਲਵ ਆਊਟ ਕਰੂਗਾ ਤਾਂ ਉਹ ਕੀ ਹੈ ਟਾਈਮ ਜ਼ਿਆਦਾ ਲਊ, ਕੰਮ ਘੱਟ ਕਰੋ ਹੈ ਨਾ, ਤਾਂ ਫਿਰ ਵੀ ਹਿਊਮਨ ਹੈ ਤਾਂ ਥੋੜ੍ਹੀ ਸਪੀਡ ਘੱਟ ਹੋਊਗੀ, ਟਾਈਮ ਜ਼ਿਆਦਾ ਲਊਗਾ। ਬਟ ਜਿਹੜਾ ਆਪਾਂ ਸਿਸਟਮ ਐਕਸਪਰਟ ਸਿਸਟਮ ਦੀ ਗੱਲ ਕਰਦੇ ਹਾਂ ਉਹ ਕੀ ਹੈ ਕਿ ਮਸ਼ੀਨ ਹੈ, ਉਹਦੇ ਵਿੱਚ ਕੀ ਹੈ ਕੰਮ ਜ਼ਿਆਦਾ ਹੋਊਗਾ ਅਤੇ ਟਾਈਮ ਵੀ ਜਿਹੜਾ ਘੱਟ ਲਿਆ ਜਾਊਗਾ, ਤਾਂ ਉਹਦੀ ਪਰਫੋਰਮੈਂਸ ਹੈ ਜਿਹੜੀ ਜ਼ਿਆਦਾ ਵਧੀਆ ਹੋਊਗੀ। ਐਡੀਕੁਏਟ ਰਿਸਪੋਂਸ ਟਾਈਮ ਉਹੀ ਹੈ ਕਿ ਘੱਟ ਤੋਂ ਘੱਟ ਰਿਸਪੋਂਸ ਟਾਈਮ ਹੋਊਗਾ ਅਤੇ ਬੈਟਰ ਸੋਲਿਊਸ਼ਨ ਆਪਾਂ ਨੂੰ ਦਿੱਤਾ ਜਾਊਗਾ ਘੱਟ ਤੋਂ ਘੱਟ ਟਾਈਮ ਦੇ ਵਿੱਚ ਫਾਈਂਡ ਆਊਟ ਕਰਕੇ। ਗੁੱਡ ਰਿਲਾਇਬਿਲਿਟੀ ਆਪਣੇ ਕੋਲ ਕੀ ਹੈ ਭਰੋਸੇਯੋਗਤਾ ਹੋਊਗੀ। ਸਿਰਫ ਇਹਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੈ ਕਿ ਕਰੈਸ਼ ਵਗੈਰਾ ਸਿਸਟਮ ਹੋਣ ਦਾ ਡਰ ਰਹਿੰਦਾ, ਅਦਰਵਾਈਜ਼ ਇਟ ਵਿਲ ਵੀ, ਤਾਂ ਕਿ ਇਹ ਕੀ ਆ ਬਹੁਤ ਵਧੀਆ ਸਿਸਟਮ ਹੈ, ਭਰੋਸੇਯੋਗ ਹੈ, ਜਿਹੜਾ ਸੋਲਿਊਸ਼ਨ ਫਾਈਂਡ ਆਊਟ ਕਰਕੇ ਦਿਓ। ਦੇਖੋ ਕਾਫੀ ਸਾਰੇ ਐਕਸਪਰਟਸ ਨੇ ਮਿਲ ਕੇ ਸਿਸਟਮ ਤਿਆਰ ਕੀਤਾ, ਕਿੱਥੇ ਇੱਕ ਐਕਸਪਰਟ ਦੀ ਕੀ ਆਪਾਂ ਰਾਏ ਦੇਖੀਏ, ਕਿੱਥੇ ਕਾਫੀ ਸਾਰੇ ਐਕਸਪਰਟ ਨੇ ਮਿਲ ਕੇ ਇੱਕ ਸਿਸਟਮ ਤਿਆਰ ਕੀਤਾ ਤਾਂ ਉਹਦਾ ਕੀ ਹੈ ਜ਼ਿਆਦਾ ਭਰੋਸੇਯੋਗਤਾ ਆਪਾਂ ਨੂੰ ਮਿਲੂਗੀ। ਅੰਡਰਸਟੈਂਡੇਬਿਲਟੀ ਕਿ ਆਪਾਂ ਨੂੰ ਕੀ ਹੈ ਦਿਸ ਸਿਸਟਮ ਵਿਲ ਬੀ ਏਬਲ ਟੂ ਐਕਸਪਲੇਨ ਦ ਸਟੈਪਸ ਆਫ ਇਟਸ ਰੀਜ਼ਨਿੰਗ ਵਾਈਲ ਐਗਜ਼ੀਕਿਊਟ, ਜਦੋਂ ਇਹ ਕੋਈ ਪ੍ਰੋਬਲਮ ਨੂੰ ਆਪਾਂ ਨੂੰ ਸੋਲਿਊਸ਼ਨ ਫਾਈਂਡ ਆਊਟ ਕਰਕੇ ਦਊਗਾ, ਜਦੋਂ ਐਗਜ਼ੀਕਿਊਟ ਕਰੂਗਾ ਤਾਂ ਕੀ ਆਪਾਂ ਨੂੰ ਐਕਸਪਲੇਨ ਕਰੂਗਾ ਸਟੈਪ ਬਾਏ ਸਟੈਪ ਕਿ ਕਿਵੇਂ ਸੋਲਿਊਸ਼ਨ ਫਾਈਂਡ ਆਊਟ ਕੀਤਾ, ਸਟੈਪ ਬਾਏ ਸਟੈਪ ਆਪਾਂ ਨੂੰ ਐਕਸਪਲੇਨ ਕੀਤਾ ਜਾਊਗਾ, ਤਾਂ ਆਪਾਂ ਕੀ ਹੈ ਅੰਡਰਸਟੈਂਡੇਬਿਲਟੀ ਆਪਣੀ ਜਿਹੜੀ ਇਨਕਰੀਜ਼ ਹੋਊਗੀ। ਫਲੈਕਸੀਬਿਲਿਟੀ ਹੁੰਦੀ ਹੈ ਚੇਂਜਸ ਕਰਨਾ ਹੈ ਨਾ, ਆਪਾਂ ਐਟ ਏ ਟਾਈਮ 'ਤੇ ਕੁਛ ਨਵੀਆਂ ਚੀਜ਼ਾਂ ਐਡ ਕਰਨੀਆਂ, ਕੁਛ ਪੁਰਾਣੀਆਂ ਡਿਲੀਟ ਕਰਵਾਉਣੀਆਂ, ਜੇ ਆਪਾਂ ਸੋਲਿਊਸ਼ਨ ਦੇ ਵਿੱਚ ਕੁਛ ਐਡ ਕਰਵਾਉਣਾ ਤਾਂ ਇਹ ਕੀ ਹੈ ਐਟ ਏ ਟਾਈਮ 'ਤੇ ਆਪਾਂ ਨੂੰ ਉਹ ਚੀਜ਼ਾਂ ਐਡ ਕਰਕੇ ਸੋਲਿਊਸ਼ਨ ਫਾਈਂਡ ਆਊਟ ਕਰਕੇ ਦਊਗਾ। ਫਲੈਕਸੀਬਲ ਹੁੰਦਾ ਜਿਹੜਾ ਕਿ ਚੇਂਜਸ ਨੂੰ ਈਜ਼ੀਲੀ ਅਡੋਪਟ ਕਰ ਲਈ, ਉਹ ਫਲੈਕਸੀਬਲ ਹੁੰਦਾ। ਐਕਸਪਲੇਨੇਸ਼ਨ ਦੇ ਵਿੱਚ ਕੀ ਹੈ ਕਿ ਜਿਹੜਾ ਮੰਨ ਲਓ ਆਪਾਂ ਨੂੰ ਕੋਈ ਪ੍ਰੋਬਲਮ ਆਈ ਤਾਂ ਇਹਨਾਂ ਨੇ ਆਪਾਂ ਨੂੰ ਸੋਲਿਊਸ਼ਨ ਫਾਈਂਡ ਆਊਟ ਕਰਕੇ ਦਿੱਤਾ, ਸਿਰਫ ਸੋਲਿਊਸ਼ਨ ਨਹੀਂ ਫਾਈਂਡ ਆਊਟ ਕਰਕੇ ਦਿੱਤਾ ਜਾਊਗਾ, ਆਪਾਂ ਨੂੰ ਉਹਦਾ ਪੂਰਾ ਐਕਸਪਲੇਨ ਕੀਤਾ ਜਾਊਗਾ ਕਿਵੇਂ ਸੋਲਿਊਸ਼ਨ ਫਾਈਂਡ ਆਊਟ ਹੋਇਆ, ਕਿਵੇਂ ਪ੍ਰੋਬਲਮ ਨੂੰ ਸੋਲਵ ਕੀਤਾ ਗਿਆ ਅਤੇ ਕਿਵੇਂ ਤੁਸੀਂ ਸੋਲਿਊਸ਼ਨ ਨੂੰ ਅੱਗੇ ਯੂਜ਼ ਕਰਨਾ, ਪੂਰਾ ਆਪਾਂ ਨੂੰ ਇੱਕ ਹਿਊਮਨ ਦੀ ਤਰ੍ਹਾਂ ਜਿਹੜੀ ਚੀਜ਼ ਹੈ ਐਕਸਪਲੇਨ ਕਰਕੇ ਦਿੱਤੀ ਜਾਊਗੀ। ਨੈਕਸਟ ਆ ਗਏ ਕੰਪੋਨੈਂਟ ਕਿ ਕੀ ਪਾਰਟ ਹੈਗੇ ਨੇ ਆਪਣੇ ਐਕਸਪਰਟ ਸਿਸਟਮ ਦੇ। ਠੀਕ ਹੈ, ਫਸਟ ਹੈਗਾ ਆਪਣਾ ਕੰਪੋਨੈਂਟ ਨੌਲੇਜ ਬੇਸ। It is the core module in an expert system and also warehouse of domain specific knowledge captured from human expert। ਕੀ ਹੈ ਕਿ ਇਹ ਕੋਰ ਮੋਡਿਊਲ ਹੁੰਦਾ ਜਿਹੜਾ ਆਪਣਾ ਜਿੱਥੇ ਆਪਣਾ ਸਾਰਾ ਡੇਟਾ ਸਟੋਰ ਹੁੰਦਾ, ਆਪਾਂ ਕਹਿ ਸਕਦੇ ਹਾਂ। ਇਹਨਾਂ ਨੇ ਕਿਹਾ ਵੇਅਰ ਹਾਊਸ ਹੈ, ਵੇਅਰ ਹਾਊਸ ਕੀ ਆਪਣੀ ਪੂਰੀ ਨੌਲੇਜ ਹੈ ਜਿਹੜੀ ਅਲੱਗ ਅਲੱਗ ਹਿਊਮਨ ਐਕਸਪਰਟਸ ਤੋਂ ਆਪਾਂ ਕੀ ਹੈ
ਐਕਵਾਇਰ ਕੀਤੀ ਹੋਈ ਆ ਉਹ ਸਾਰੀ ਨੌਲੇਜ ਆਪਾਂ ਇਸ ਕੰਪੋਨੈਂਟ ਦੇ ਵਿੱਚ ਕੀ ਆ ਸਟੋਰ ਕਰਵਾ ਕੇ ਰੱਖਦੇ ਹਾਂ। ਇਨਫਰੈਂਸ ਇੰਜਨ ਪਰਫੋਰਮਸ ਦਾ ਟਾਸਕ ਆਫ ਫਾਇਰਿੰਗ ਰੂਲਸ, ਜਿਹੜੇ ਆਪਾਂ ਸਿਸਟਮ ਦੇ ਵਿੱਚ ਰੂਲਸ ਬਣਾਏ ਹੋਣਗੇ ਕਿ ਇਹ ਰੂਲਸ ਹੈ, ਇਹ ਫੈਕਟਸ ਹੈ, ਉਹ ਰੂਲਸ ਨੂੰ ਜਿਹੜਾ ਇਹ ਪਰਫੋਰਮ ਕਰੂਗਾ ਐਜ਼ ਏ ਟਾਸਕ, ਹੈ ਨਾ। ਉਹ ਰੂਲਸ ਨੂੰ ਮੰਨ ਕੇ ਹੀ ਹਰ ਇੱਕ ਕੰਮ ਉਹ ਰੂਲਸ ਨੂੰ ਫੋਲੋ ਕਰਕੇ ਕੀਤਾ ਜਾਊਗਾ। ਤਾਂ ਇਹ ਕੀ ਆਪਣਾ ਇਨਫਰੈਂਸ ਇੰਜਨ ਰੂਲਸ ਨੂੰ ਫੋਲੋ ਕਰਦਾ। ਯੂਜ਼ਰ ਐਂਡ ਯੂਜ਼ਰ ਇੰਟਰਫੇਸ, ਯੂਜ਼ਰ ਜਿਹੜਾ ਸਿਸਟਮ ਨੂੰ ਯੂਜ਼ ਕਰੂਗਾ ਆਪਾਂ, ਠੀਕ ਹੈ, ਆਪਾਂ ਯੂਜ਼ਰ ਹੋਵਾਂਗੇ। ਯੂਜ਼ਰ ਇੰਟਰਫੇਸ ਜਿਹੜਾ ਕਿ ਸਿਸਟਮ ਦੇ ਅਤੇ ਆਪਣੇ ਵਿਚਾਲੇ ਇੰਟਰੈਕਟ ਕਰੂਗਾ। It helps interpreting the instructions that the user provide and transform them to the machine understandable format to fetch information from the knowledge base। यूज़र ਜਿਹੜੀਆਂ ਇੰਸਟਰਕਸ਼ਨਸ ਦੇਊਗਾ ਸਿਸਟਮ ਨੂੰ, ਉਹਨਾਂ ਨੂੰ ਕੀ ਹੈ ਉਹ ਜਿਹੜਾ ਇੰਟਰਪ੍ਰੇਟ ਕਰੂਗਾ, ਜਿਹੜੀ ਲੈਂਗੁਏਜ ਮਸ਼ੀਨ ਸਮਝਦੀ ਹੋ, ਜਿਹੜੀ ਲੈਂਗੁਏਜ ਆਪਣਾ ਐਕਸਪਰਟ ਸਿਸਟਮ ਸਮਝਦਾ, ਉਸ ਲੈਂਗੁਏਜ ਦੇ ਵਿੱਚ ਟਰਾਂਸਫਰ ਕਰਕੇ ਆਪਾਂ ਨੂੰ ਨੌਲੇਜ ਬੇਸ ਦੇ ਵਿੱਚੋਂ, ਜਿੱਥੇ ਨੌਲੇਜ ਸਟੋਰ ਆ ਉਹਦੇ ਵਿੱਚੋਂ ਕੀ ਹੈ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਣ ਦੇ ਵਿੱਚ ਹੈਲਪ ਕਰਦਾ। ਟੂ ਗੈਟ ਰੈਮੀਡੀਜ਼ ਫॉर ਦ ਪ੍ਰੋਬਲਮ ਲਈ ਸੋਲਿਊਸ਼ਨ ਫਾਈਂਡ ਆਊਟ ਕਰਵਾਊਗਾ। ਟੂ ਨੋ ਦਾ ਪ੍ਰਾਈਵੇਟ ਨੌਲੇਜ ਆਫ ਸਿਸਟਮ ਇਫ ਅ ਯੂਜ਼ਰ ਇਜ਼ ਅ ਸਟੂਡੈਂਟ, ਤਾਂ ਪ੍ਰਾਈਵੇਟ ਨੌਲੇਜ ਆਪਾਂ ਨੂੰ ਜਿਹੜੀ ਪ੍ਰੋਵਾਈਡ ਕਰਵਾਊਗਾ, ਅਤੇ ਐਕਸਪਲੇਨੇਸ਼ਨ ਵੀ ਨਾਲ ਦੀ ਨਾਲ ਆਪਾਂ ਨੂੰ ਪ੍ਰੋਵਾਈਡ ਕਰਵਾਊਗਾ ਪੂਰੇ ਆਪਣੇ ਪ੍ਰੋਬਲਮ ਦੀ। ਨੌਲੇਜ ਐਕੁਇਸੀਸ਼ਨ ਫੈਸਿਲਿਟੀ, ਨੌਲੇਜ ਐਕੁਇਸੀਸ਼ਨ ਮੀਨਸ ਹੁੰਦਾ ਨੌਲੇਜ ਐਕਵਾਇਰ ਕਰਨਾ ਕਿ ਨੌਲੇਜ ਨੂੰ ਕਿਵੇਂ ਗੇਨ ਕਰਨਾ। ਤਾਂ ਉਹ ਵੀ ਦੇਖੋ ਹੁਣ ਐਕਸਪਰਟ ਸਿਸਟਮ ਹੈ ਆਪਣਾ, ਉਹਨੂੰ ਨੌਲੇਜ ਅਪ ਟੂ ਡੇਟ ਨੌਲੇਜ ਚਾਹੀਦੀ ਹੈ, ਹਰ ਰੋਜ਼ ਨਵੀਂ ਤੋਂ ਨਵੀਂ ਨੌਲੇਜ ਚਾਹੀਦੀ ਹੈ। ਤਾਂ ਉਹਨੂੰ ਨੌਲੇਜ ਪ੍ਰੋਵਾਈਡ ਕਰਨ ਦੇ ਲਈ ਕੀ ਹੈ ਨੌਲੇਜ ਐਕੁਇਸੀਸ਼ਨ ਫੈਸਿਲਿਟੀ, ਨੌਲੇਜ ਐਕਵਾਇਰ ਕਰਨ ਲਈ ਇੱਕ ਸਿਸਟਮ ਦਾ ਪਾਰਟ ਹੋਊਗਾ। ਐਕਸਟਰਨਲ ਇੰਟਰਫੇਸ ਕੀ ਹੈ ਜਿਹੜਾ ਕਿ provide communication between the external environment and expert system। external environment ਅਤੇ expert system ਦੇ ਵਿਚਾਲੇ ਕਮਿਊਨੀਕੇਸ਼ਨ ਕਰੂਗਾ, ਜਿਹੜਾ ਮਤਲਬ ਬਾਹਰ ਆਪਣੇ ਸਰਾਊਂਡਿੰਗ ਤੋਂ ਨੌਲੇਜ ਗੇਨ ਕਰੂਗਾ। ਅਤੇ ਜਿਹੜਾ ਦੇਖੋ ਜਿਹੜਾ ਸੀਗਾ ਆਪਣਾ ਯੂਜ਼ਰ ਇੰਟਰਫੇਸ ਜਿਹੜਾ ਆਪਣਾ ਨੌਲੇਜ ਬੇਸ ਸੀ ਉਹਦੇ ਵਿੱਚ ਸਟੋਰ ਹੁੰਦੀ ਹੈ ਨੌਲੇਜ, ਬਟ ਸਟੋਰ ਲੈ ਕੇ ਕੌਣ ਆਉਂਦਾ ਨੌਲੇਜ? ਐਕਸਟਰਨਲ ਇੰਟਰਫੇਸ ਆਪਣੇ ਆਲੇ ਦੁਆਲੇ ਤੋਂ, ਸਰਾਊਂਡਿੰਗ ਤੋਂ, ਐਕਸਪਰਟਸ ਤੋਂ ਨੌਲੇਜ ਲੈ ਕੇ ਜਿਹੜਾ ਨੌਲੇਜ ਬੇਸ ਦੇ ਵਿੱਚ ਸਟੋਰ ਕਰਵਾਊਗਾ। ਐਕਸਪਲੇਨੇਸ਼ਨ ਸਿਸਟਮ ਹੈ ਜਿਹੜਾ ਪੂਰਾ ਆਪਾਂ ਨੂੰ ਪ੍ਰੋਬਲਮ ਆਪਣੀ ਜਾਂ ਆਪਣਾ ਪੂਰਾ ਸਿਸਟਮ ਐਕਸਪਲੇਨ ਕਰਕੇ ਦਊਗਾ। ਇਹਦੇ ਵਿੱਚ ਹਰ ਤਰ੍ਹਾਂ ਦਾ ਕੁਐਸਚਨ, ਜਿਵੇਂ ਵਾਏ, ਹਾਓ, ਕਿਵੇਂ ਅਤੇ ਕਿਉਂ, ਆਪਾਂ ਮੇਨਲੀ ਇਹ ਪੁੱਛਦੇ ਹਾਂ ਕਿ ਕਿਵੇਂ ਸੋਲਿਊਸ਼ਨ ਫਾਈਂਡ ਆਊਟ ਕੀਤਾ ਗਿਆ, ਕਿਉਂ ਕੀਤਾ ਗਿਆ। ਆਪਣੇ ਹਰ ਇੱਕ ਜਿਹੜਾ ਕੁਐਸਚਨ ਦਾ ਆਨਸਰ ਜਿਹੜਾ ਆਪਣਾ ਇਹ ਕੰਪੋਨੈਂਟ ਫਾਈਂਡ ਆਊਟ ਕਰਕੇ ਦਊਗਾ। ਨੈਕਸਟ ਆਪਣਾ ਹੈਗਾ ਆਰਕੀਟੈਕਚਰ ਆਫ ਐਕਸਪਰਟ ਸਿਸਟਮ। ਆਰਕੀਟੈਕਚਰ, ਇਹਦਾ ਪਹਿਲਾਂ ਡਾਇਗਰਾਮ ਦੇਖੋ। ਆਰਕੀਟੈਕਚਰ ਦੇ ਵਿੱਚ ਕੀ ਹੈ ਯੂਜ਼ਰ ਇੰਟਰਫੇਸ ਹੈ ਜਿਹੜਾ ਯੂਜ਼ਰ ਅਤੇ ਸਿਸਟਮ ਦੇ ਵਿਚਾਲੇ ਮਤਲਬ ਕਮਿਊਨੀਕੇਸ਼ਨ ਕਰਵਾਊਗਾ। ਐਕਸਪਲੇਨੇਸ਼ਨ ਸਿਸਟਮ ਹੈ, ਇਨਫਰੈਂਸ ਇੰਜਨ ਹੈ, ਨੌਲੇਜ ਬੇਸ ਐਡੀਟਰ ਹੈ। ਹੁਣ ਪਹਿਲਾਂ ਦੇਖੋ ਯੂਜ਼ਰ ਇੰਟਰਫੇਸ, ਸਭ ਤੋਂ ਪਹਿਲਾਂ ਇਹੀ ਹੁੰਦਾ ਯੂਜ਼ਰ ਇੰਟਰਫੇਸ ਦਾ ਇਨੀਸ਼ੀਅਲ ਡਿਵੈਲਪਮੈਂਟ ਆਫ ਐਕਸਪਰਟ ਸਿਸਟਮ ਪਰਫੋਰਮਡ ਬਾਏ ਦਾ। ਸਭ ਤੋਂ ਪਹਿਲਾਂ ਜਦੋਂ ਐਕਸਪਰਟ ਸਿਸਟਮ ਬਣਾਇਆ ਜਾਂਦਾ ਉਹ ਕੀ ਹੈ ਐਕਸਪਰਟਸ ਅਤੇ ਨੌਲੇਜ ਇੰਜੀਨੀਅਰ ਜਿਹੜਾ ਉਹਨਾਂ ਦੁਆਰਾ ਮਿਲ ਕੇ ਬਣਾਇਆ ਜਾਂਦਾ। ਅਤੇ ਜਿਹੜੇ ਪੁਰਾਣੇ ਕਨਵੀਨੀਅੰਟ ਪ੍ਰੋਗਰਾਮ ਸੀਗੇ ਉਹਦੇ ਤਰ੍ਹਾਂ ਨਹੀਂ ਕਿ ਜਿਹੜਾ ਡਿਜ਼ਾਈਨ ਆ ਉਹ ਇਕੱਲਾ ਪ੍ਰੋਗਰਾਮਰ ਡਿਸਾਈਡ ਕਰ ਲਊ, ਇਹ ਨਹੀਂ ਹੁੰਦਾ। ਇਹਦੇ ਵਿੱਚ ਕੀ ਹੈ ਡਿਜ਼ਾਈਨ ਹੈ ਜਿਹੜਾ ਪੂਰੀ ਟੀਮ ਦੁਆਰਾ ਬਣਾਇਆ ਜਾਂਦਾ, ਪੂਰੀ ਟੀਮ ਦਾ ਐਫਰਟ ਹੁੰਦਾ ਅਤੇ ਡਿਜ਼ਾਈਨ ਮਿਲ ਕੇ ਕ੍ਰੀਏਟ ਕੀਤਾ ਜਾਂਦਾ। ਮੰਨ ਲਓ ਸਿੰਪਲ ਕੋਈ C++ ਦਾ ਪ੍ਰੋਗਰਾਮ ਹੈ, ਉਹਦਾ ਕੀ ਹੈ ਡਿਜ਼ਾਈਨ ਆਪਾਂ ਪ੍ਰੋਗਰਾਮਰ ਆਪ ਡਿਸਾਈਡ ਕਰੂਗਾ, ਬਟ ਐਕਸਪਰਟ ਸਿਸਟਮ ਦੇ ਵਿੱਚ ਉਹਦਾ ਡਿਜ਼ਾਈਨ ਹੈ ਪੂਰੀ ਟੀਮ ਮਿਲ ਕੇ ਡਿਸਾਈਡ ਕਰੂਗੀ। ਟੀਮ ਦੇ ਵਿੱਚ ਕੀ ਐਕਸਪਰਟਸ ਵੀ ਹੋਣਗੇ ਅਤੇ ਨੌਲੇਜ ਇੰਜੀਨੀਅਰ ਵੀ ਦੋਨੋਂ ਹੋਣਗੇ। ਅਤੇ ਜਿਹੜਾ ਆਪਣਾ ਹੈਗਾ ਯੂਜ਼ਰ ਇੰਟਰਫੇਸ ਹੈ ਜਿਹੜਾ ਯੂਜ਼ਰ ਅਤੇ ਸਿਸਟਮ ਦੇ ਵਿਚਾਲੇ ਇੰਟਰੈਕਟ ਕਰੂਗਾ। ਯੂਜ਼ਰ ਤੋਂ ਜਿਹੜੀ ਯੂਜ਼ਰ ਨੂੰ ਕੋਈ ਕੁਐਸ਼ਨਿੰਗ ਹੈ ਉਹਨੂੰ ਕਨਵਰਟ ਕਰਕੇ ਮਸ਼ੀਨ ਅੰਡਰਸਟੈਂਡੇਬਲ ਲੈਂਗੁਏਜ ਦੇ ਵਿੱਚ, ਤਾਂ ਮਸ਼ੀਨ ਤੋਂ ਜਿਹੜਾ ਸਿਸਟਮ ਤੋਂ ਉਹਦਾ ਕੰਮ ਕਰਵਾਊਗਾ ਅਤੇ ਸਿਸਟਮ ਤੋਂ ਨੌਲੇਜ ਬੇਸ ਤੋਂ ਜਿਹੜੀ ਹੈਗੀ ਨੌਲੇਜ ਲੈ ਕੇ ਇਨਫੋਰਮੇਸ਼ਨ ਲੈ ਕੇ ਯੂਜ਼ਰ ਨੂੰ ਪ੍ਰੋਵਾਈਡ ਕਰਵਾਊਗਾ। ਇਨਫਰੈਂਸ ਇੰਜੀਨੀਅਰ ਹੈ ਜਿਹੜਾ ਮਤਲਬ ਮੇਨ ਪ੍ਰੋਬਲਮ ਸੋਲਵ ਕਰਵਾਉਂਦਾ। ਇਹਦੇ ਵਿੱਚ ਕੀ ਹੈ ਮੈਚ ਕਰਦਾ ਇਫ ਪਾਰਟ ਅਤੇ ਦੈਨ ਪਾਰਟ ਨੂੰ। ਪਹਿਲਾਂ ਇਫ ਦੇ ਵਿੱਚ ਆਪਾਂ ਕੋਈ ਕੰਡੀਸ਼ਨ ਲਾਉਣੀ ਹੈ ਕਿ ਜੇ ਇਵੇਂ ਆ ਤਾਂ ਇਵੇਂ, ਹੈ ਨਾ। ਇਫ ਐਂਡ ਦੈਨ ਦਾ ਰੂਲ ਆਪਾਂ ਨਾ ਸ਼ੁਰੂ ਤੋਂ ਚੱਲਿਆ ਆ ਰਿਹਾ ਨੌਲੇਜ ਬੇਸ ਸਿਸਟਮ ਦੇ ਵਿੱਚ। ਤਾਂ ਪਹਿਲਾਂ ਇਫ ਪਾਰਟ ਦਾ ਜਿਹੜਾ
ਐਂਟੈਸੀਡੈਂਟ ਕਲੋਜ਼ ਹੈ ਨਾ, ਉਹਦੇ ਵਿੱਚ ਕੀ ਹੈ, ਡਾਟਾ ਸਟੋਰ ਹੈ ਜਿਹੜਾ ਉਹਨੂੰ ਅੰਡਰਸਟੈਂਡ ਕਰੂ। ਇਫ ਪਾਰਟ ਜਿਹੜੀ ਕੰਡੀਸ਼ਨ ਲਗਾਈ ਆਪਾਂ ਉਹਨੂੰ ਅੰਡਰਸਟੈਂਡ ਕਰੂ। ਫਿਰ ਡੇਟਾਬੇਸ ਦੇ ਵਿੱਚ ਉਸ ਅਕੋਰਡਿੰਗ ਜਿਹੜਾ ਸਲਿਊਸ਼ਨ ਫਾਈਂਡ ਆਊਟ ਕਰੂ। ਦੈਨ ਕੀ ਆਪਾਂ ਨੂੰ ਸਲਿਊਸ਼ਨ ਪ੍ਰੋਵਾਈਡ ਕਰੂਗਾ। ਕਰੈਕਟਰਿਸਟਿਕਸ ਦਿੱਤੀਆਂ ਕਿ ਜਰਨਲ ਪ੍ਰੋਬਲਮ ਸੋਲਵਿੰਗ ਮੈਥਡ ਹੈ, ਇੰਟਰਪ੍ਰੇਟ ਕਰਦਾ ਪ੍ਰੋਸੈਸਿਸ ਨੂੰ ਹਿਊਮਨ ਅੰਡਰਸਟੈਂਡੇਬਲ ਲੈਂਗੁਏਜ ਅਤੇ ਮਸ਼ੀਨ ਅੰਡਰਸਟੈਂਡੇਬਲ ਲੈਂਗੁਏਜ ਦੇ ਵਿੱਚ। ਕੋਈ ਰੂਲ ਹੈ ਜਿਹੜੇ ਉਹਨਾਂ ਦਾ ਸ਼ਡਿਊਲ ਕ੍ਰੀਏਟ ਕਰਦਾ। ਸਰਚ ਪੋਰਸ਼ਨ ਆਫ ਰੂਲ ਬੇਸਡ ਸਿਸਟਮ ਕਿ ਜਿਹੜਾ ਰੂਲ ਬੇਸਡ ਹੈਗੇ ਆ ਉਹਨਾਂ ਨੂੰ ਸਰਚ ਕਰਕੇ ਆਪਾਂ ਨੂੰ ਫਾਈਂਡ ਆਊਟ ਕਰਕੇ ਦਿੱਤਾ। ਸਾਰੇ ਜਿਹੜੇ ਹੈਗੇ ਆ ਰਿਸਟ੍ਰਿਕਟ ਇਨਫੋਰਮੇਸ਼ਨ ਹੈ ਕਿ ਥੋੜ੍ਹੇ ਟਾਈਮ ਦੇ ਵਿੱਚ ਜਲਦ ਤੋਂ ਜਲਦ ਆਪਾਂ ਨੂੰ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ। ਫਿਰ ਆਪਣੀ ਹੈਗੀ ਹੈ ਐਕਸਪਲੇਨੇਸ਼ਨ ਫੈਸਿਲਿਟੀ। ਐਕਸਪਲੇਨੇਸ਼ਨ ਫੈਸਿਲਿਟੀ ਉਹੀ ਹੈ ਪਿਛਲੇ ਕਿ ਜਿਹੜਾ ਆਪਣਾ ਸਿਸਟਮ ਨੇ ਕਿਵੇਂ ਕੰਮ ਕੀਤਾ, ਕਿਵੇਂ ਆਪਾਂ ਨੂੰ ਸਲਿਊਸ਼ਨ ਫਾਈਂਡ ਆਊਟ ਕਰਕੇ ਦਿੱਤਾ, ਉਹ ਪੂਰਾ ਐਕਸਪਲੇਨ ਕੀਤਾ ਜਾਂਦਾ ਐਕਸਪਰਟ ਸਿਸਟਮ ਨਾਲ। ਕਿਵੇਂ ਕਨਕਲੂਜਨ ਫਾਈਂਡ ਆਊਟ ਹੋਇਆ, ਕਿਵੇਂ ਕਨਕਲੂਜਨ ਨੂੰ ਤੁਸੀਂ ਯੂਜ਼ ਕਰਨਾ, ਅੱਗੇ ਕੀ ਕੀ ਇਹ ਤੁਹਾਨੂੰ ਬੈਨੀਫਿਟ ਦੇ ਸਕਦਾ, ਪੂਰਾ ਆਪਾਂ ਨੂੰ ਕੀ ਹੈ ਸਲਿਊਸ਼ਨ ਦਾ ਐਕਸਪਲੇਨੇਸ਼ਨ ਦਿੱਤੀ ਜਾਂਦੀ ਹੈ। ਨੌਲੇਜ ਬੇਸ ਹੈ, ਨੌਲੇਜ ਬੇਸ ਦੇ ਵਿੱਚ ਕੀ ਹੈ, ਪੂਰਾ ਆਪਣਾ ਜਿਹੜਾ ਨੌਲੇਜ ਆ ਉਹ ਸਟੋਰ ਕੀਤੀ ਹੁੰਦੀ ਹੈ। ਪ੍ਰੋਬਲਮ ਡੋਮੇਨ ਦੀ ਪੂਰੀ ਨੌਲੇਜ ਸਟੋਰ ਕਰਦੇ ਹਾਂ। ਇਹਦੀਆਂ ਕਰੈਕਟਰਿਸਟਿਕਸ ਦੇਖ ਲਓ। ਕੰਟੇਨ ਮੱਚ ਆਫ ਦਾ ਪ੍ਰੋਬਲਮ ਸੋਲਵਿੰਗ ਨੌਲੇਜ। ਪ੍ਰੋਬਲਮ ਨੂੰ ਸੋਲਵ ਕਰਨ ਵਾਲੀ ਸਭ ਤੋਂ ਜਿਹੜੀ ਨੌਲੇਜ ਹੈ ਸਾਰੀ ਇੱਥੇ ਸਟੋਰ ਹੁੰਦੀ ਹੈ। ਇਹਦੇ ਵਿੱਚ ਵੀ ਇਫ ਅਤੇ ਦੈਨ ਇਫ ਕੰਡੀਸ਼ਨ ਦੈਨ ਜਿਹੜਾ ਐਕਸ਼ਨ ਉਹ ਵਾਲਾ ਰੂਲ ਜਿਹੜੇ ਇੱਥੇ ਆਪਾਂ ਨੂੰ ਸੈੱਟ ਕੀਤੇ ਹੁੰਦੇ ਆ। ਐਕਸ਼ਨ ਪੋਰਸ਼ਨ ਵੀ ਆਪਾਂ ਨੂੰ ਇਹ ਦੱਸਦਾ ਅਨਦਰ ਟੈਸਟ ਨੂੰ ਜਿਹੜਾ ਰੂਲ ਨੂੰ ਟੈਸਟ ਕਰਦਾ। ਕੋਈ ਨਵੇਂ ਫੈਕਟ ਆ ਉਹਨਾਂ ਨੂੰ ਡਾਟਾਬੇਸ ਦੇ ਵਿੱਚ ਸਟੋਰ ਕਰਵਾਉਂਦਾ। ਅੱਗੇ ਐਕਸਪਰਟ ਸਿਸਟਮ ਸ਼ੈੱਲ ਹੈ। ਸ਼ੈੱਲ ਕਹਿੰਦੇ ਪੂਰੀ ਡਿਵੈਲਪਮੈਂਟ ਕੰਪਲੀਟ ਡਿਵੈਲਪਮੈਂਟ ਇਨਵਾਇਰਮੈਂਟ ਫॉर ਬਿਲਡਿੰਗ ਐਂਡ ਮੇਨਟੇਨਿੰਗ ਨੌਲੇਜ ਬੇਸਡ ਐਪਲੀਕੇਸ਼ਨ। ਐਪਲੀਕੇਸ਼ਨ ਨੌਲੇਜ ਬੇਸਡ ਐਪਲੀਕੇਸ਼ਨ ਜਾਂ ਨੌਲੇਜ ਬੇਸਡ ਸਿਸਟਮ ਜਿਹੜਾ ਜਦੋਂ ਤਿਆਰ ਕੀਤਾ ਜਾਂਦਾ ਉਦੋਂ ਤੋਂ ਲੈ ਕੇ ਮੇਨਟੇਨ ਕਰਨ ਤੱਕ ਦੀ ਜਿਹੜਾ ਸਾਰਾ ਡਿਵੈਲਪਮੈਂਟ ਹੈ ਜਿਹੜੀ ਉਹਨੂੰ ਆਪਾਂ ਕੀ ਬੋਲਦੇ ਹਾਂ, ਸ਼ੈੱਲ ਬੋਲਦੇ ਹਾਂ। ਠੀਕ ਹੈ, ਇਹਦੇ ਵਿੱਚ ਸਟੈਪ ਬਾਏ ਸਟੈਪ ਮੈਥੋਡੋਲੋਜੀ ਹੁੰਦੀ ਹੈ ਕਿ ਕਿਵੇਂ ਕਿਵੇਂ ਤੁਸੀਂ ਸਿਸਟਮ ਤਿਆਰ ਕਰਨਾ, ਕਿਵੇਂ ਕਿਵੇਂ ਉਸ ਤੋਂ ਬਾਅਦ ਉਹਦੇ ਵਿੱਚ ਡਾਟਾ ਸਟੋਰ ਕਰਵਾਉਣਾ, ਕਿਵੇਂ ਉਹਨੂੰ ਮੇਨਟੇਨ ਕਰਨਾ ਟਾਈਮ ਟੂ ਟਾਈਮ, ਨੌਲੇਜ ਕਿਵੇਂ ਅਪਡੇਟ ਕਰਨੀ ਹੈ, ਇਹ ਸਾਰਾ ਕੀ ਆਪਾਂ ਨੂੰ ਸ਼ੈੱਲ ਸਿਸਟਮ ਹੈ ਜਿਹੜਾ ਉਹ ਦੱਸਦਾ। ਫਿਰ ਹੈਗਾ ਰੀਪ੍ਰਜੈਂਟਿੰਗ ਐਂਡ ਯੂਜ਼ਿੰਗ ਡੋਮੇਨ ਨੌਲੇਜ ਕਿ ਜਿਹੜੀ ਆਪਣੇ ਕੋਲ ਨੌਲੇਜ ਆ ਉਹਨੂੰ ਰੀਪ੍ਰਜੈਂਟ ਕਿਵੇਂ ਕਰਨਾ। ਦੇਖੋ ਠੀਕ ਹੈ, ਨੌਲੇਜ ਪਹਿਲਾਂ ਇਹਨਾਂ ਨੇ ਸਾਰਾ ਆਪਣਾ ਐਕਸਪਰਟ ਸਿਸਟਮ ਜਾਂ ਨੌਲੇਜ ਬੇਸਡ ਸਿਸਟਮ ਹੀ ਦੱਸਿਆ ਕਿ ਕੀ ਹੁੰਦਾ। ਠੀਕ ਹੈ, ਪਹਿਲੇ ਸਟੈਂਜ ਦੇ ਵਿੱਚ। ਫਿਰ ਇਹਨਾਂ ਨੇ 3 ਤਰੀਕੇ ਦਿੱਤੇ ਆਪਾਂ ਨੂੰ ਨੌਲੇਜ ਰੀਪ੍ਰਜੈਂਟ ਕਰਨ ਦੇ। ਇਫ ਦੈਨ ਰੂਲ ਦੇ ਵਿੱਚ, ਸਿਮੈਂਟਿਕ ਨੈਟਵਰਕ ਅਤੇ ਫਰੇਮ। ਅਤੇ ਇਹ ਤਿੰਨੋਂ ਮੈਥਡ ਜਿਹੜੇ ਆਪਾਂ ਨੌਲੇਜ ਬੇਸਡ ਸਿਸਟਮ ਦੇ ਵਿੱਚ ਕੀਤੇ ਸੀ, ਜਦੋਂ ਆਪਾਂ ਕੀਤਾ ਸੀ ਕਿ ਨੌਲੇਜ ਨੂੰ ਰੀਪ੍ਰਜੈਂਟ ਕਰਨ ਦੀਆਂ ਟਾਈਪਸ, ਉਹ ਵਾਲੇ ਹੀ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ। ਅਤੇ ਜੇਕਰ ਤੁਹਾਨੂੰ ਨਹੀਂ ਯਾਦ ਤਾਂ ਤੁਸੀਂ ਪਿਛਲੀ ਵੀਡੀਓ ਵੇਖ ਲਓ ਜਿਹਦੇ ਵਿੱਚ ਹੈਗਾ ਕਿ ਰੀਪ੍ਰਜੈਂਟਿੰਗ ਨੌਲੇਜ ਬੇਸਡ ਸਿਸਟਮ। ਤਾਂ ਆਪਣਾ ਜਿਹੜਾ ਇਹ ਐਕਸਪਰਟ ਸਿਸਟਮ ਦਾ ਪਹਿਲਾ ਟੋਪਿਕ ਹੈ ਉਹ ਕੰਪਲੀਟ ਹੋ ਗਿਆ।